सच है भी सच, नानक होसी भी सच। कृपा करहो दीन के दाते, मेरा गुण अवगुण ना विचारहो कोई। माटी का क्या धोवै स्वामी, मानस की गात एही। सगल द्वार को छाड़ के गहियो तुहारो द्वार। बाहे गहे की लाज आस, गोविंद दास तुहार। हक हक आगाह गुरु गोबिंद सिंह, शाहे शाहिनशाह गुरु गोबिंद सिंह। खुदा बंदे ज़मीनो आसमां, जिंदगी बख्शे वजूदे इंसो जान। खाके राहश तूती आए चश्मे मास, आबरू अफजाए हर शाहो गदास। दौलते जावेद बाशद बंदगी, बंदगी कौन बंदगी कौन बंदगी। गुर जैसा नाही को देव, जिस मस्तक भाग सो लागा सेव। कहाँ बुद्ध प्रभ तुच्छ हमारी, बरन सकै महिमा जो तिहारी। हम ना सकत कर सिफत तुम्हारी, आप ले हो तुम कथा सुधारी। हम ना सकत कर सिफत तुम्हारी, आप ले हो तुम कथा सुधारी। सतनाम श्री वाहिगुरु साहिब जी। सोरठ महला नवा। मन रे कौनक मत कैलीनी, परदारा निंद्या रस च्यो, राम भगत नह कीनी। मन रे कौनक मत कैलीनी, परदारा निंद्या रस रच्यो, राम भगत नह कीनी। रहाओ
ਮੁਕਤ ਪੰਥ ਜਾਣਿਓ ਤੈ ਨਾਹਿਨ, ਧਨ ਜੋਰਨ ਕੋ ਧਾਇਆ। ਅੰਤ ਸੰਗ ਕਾਹੂ ਨਹੀਂ ਦੀਨਾ, ਬਿਰਥਾ ਆਪ ਬੰਧਾਇਆ। ਨਾ ਹਰ ਭਜੋ ਨਾ ਗੁਰ ਜਨ ਸੇਵੋ, ਨਹਿ ਉਪਜੋ ਕਸ ਗਿਆਨਾ। ਘਟ ਹੀ ਮਾਹੇ ਨਿਰੰਜਨ ਤੇਰਾ, ਤੈ ਖੋਜਤ ਉਦਿਆਨਾ। ਬਹੁਤ ਜਨਮ ਭਰਮਤ ਤੈ ਹਾਰਿਓ, ਅਸਤਰ ਮਤ ਨਹੀਂ ਪਾਈ। ਮਾਨਸ ਦੇਹ ਪਾਏ ਪਦ ਹਰ ਭਜ, ਨਾਨਕ ਬਾਤ ਬਤਾਈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਸਤਿਗੁਰਾਂ ਦੀ ਸਾਜੀ ਨਵਾਜੇ ਗੁਰੂ ਰੂਪ ਗੁਰੂ ਖਾਲਸਾ ਗੁਰ ਸੰਗਤ ਜੀਓ। ਆਪਾਂ ਸਰਬੱਤ ਮਾਈ ਭਾਈ ਇਲਾਕਾ ਨਿਵਾਸੀ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਪਵਿੱਤਰ ਹਜ਼ੂਰੀ ਦੇ ਅੰਦਰ ਜੁੜ ਮਿਲ ਬੈਠ ਕਰਕੇ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਪਾਵਨ ਅਵਤਾਰ ਗੁਰਪੁਰਬ ਨੂੰ ਮਨਾਉਣ ਦੇ ਲਈ ਇਕੱਤਰਿਤ ਹੋ ਰਹੇ ਹਾਂ, ਜਿਸ ਦੇ ਅੰਦਰ ਪਰਸੋਂ ਰੋਜ਼ ਤੋਂ ਲੈ ਕਰਕੇ ਜੋ ਪਾਵਨ ਪਵਿੱਤਰ ਧੁਰ ਕੀ ਬਾਣੀ ਆਈ, ਤਿੰਨ ਸਗਲੀ ਚਿੰਤ ਮਿਟਾਈ ਦੇ ਜੋ ਪਾਵਨ ਸ੍ਰੀ ਅਖੰਡ ਪਾਠ ਸ੍ਰੀ ਜਪਜੀ ਸਾਹਿਬ ਦੇ ਸਮੇਤ ਪ੍ਰਾਰੰਭ ਕੀਤੇ ਗਏ ਸਨ। ਉਹਨਾਂ ਪਾਵਨ ਭੋਗਾਂ ਦੇ ਪਾਵਨ ਸ਼ਲੋਕ ਆਪ ਗੁਰੂ ਕੀਆਂ ਸੰਗਤਾਂ ਨੇ ਗੁਰੂ ਘਰ ਤੋਂ ਵਰੋਸਾਏ ਹੋਏ ਗ੍ਰੰਥੀ ਸਾਹਿਬ ਪਾਠੀ ਸਾਹਿਬਾਨਾਂ ਦੀ ਪਾਵਨ ਰਸਨਾ ਤੋਂ ਸ਼ਰਵਣ ਕੀਤੇ ਹਨ। ਔਰ ਜੋ ਸਤਿਗੁਰਾਂ ਨੇ ਪਾਵਨ ਪਵਿੱਤਰ ਅਰਦਾਸ ਤੋਂ ਉਪਰੰਤ ਜੋ ਹੁਕਮਨਾਮਾ ਸਾਹਿਬ ਬਖਸ਼ਿਸ਼ ਕੀਤਾ, ਉਸ ਦੀ ਆਪਾਂ ਗੁਰਸਿੱਖ ਸੰਗਤਾਂ ਨੇ ਰਲ ਮਿਲ ਕੇ ਵਿਚਾਰ ਕਰਨ ਦਾ ਯਤਨ ਕਰਨਾ ਹੈ। ਔਰ ਨਾਲ ਜੋ ਅੱਜ ਦਾ ਪਾਵਨ ਦਿਹਾੜਾ ਆਪਾਂ ਮਨਾ ਰਹੇ ਹਾਂ, ਉਸ ਦੇ ਪਾਵਨ ਇਤਿਹਾਸ ਔਰ ਜਿਹੜਾ ਗੁਰੂ ਹੈ ਇਸ ਦੀ ਜੀਵਨ ਦੇ ਵਿੱਚ ਕਿਉਂ ਲੋੜ ਪੈਂਦੀ ਹੈ, ਇਹਨਾਂ ਵਿਚਾਰਾਂ ਦੀ ਸਾਂਝ ਆਪਾਂ ਰਲ ਮਿਲ ਕੇ ਪਾਵਨੀ ਹੈ। ਜਿਵੇਂ ਆਪਾਂ ਸੰਸਾਰ ਦੇ ਵਿੱਚ ਹਰ ਇੱਕ ਮਨੁੱਖ ਵਿਚਰਦਾ ਹੈ, ਇਸ ਸੰਸਾਰ ਦੇ ਵਿੱਚ ਮਨੁੱਖ ਨੂੰ ਆਪਣਾ ਜੀਵਨ ਜਿਉਣ ਦੇ ਲਈ ਬਹੁਤ ਤਰ੍ਹਾਂ ਦੀਆਂ ਜੀਵਨ ਸ਼ੈਲੀਆਂ ਦੀ ਲੋੜ ਪੈਂਦੀ ਹੈ। ਜਿੱਥੇ ਮਨੁੱਖ ਨੂੰ ਜੀਵਨ ਜਿਉਣ ਦੇ ਲਈ ਕੱਪੜੇ ਦੀ ਲੋੜ ਪੈਂਦੀ ਹੈ, ਛਕਣ ਦੇ ਲਈ ਪ੍ਰਸ਼ਾਦਾ ਪਾਣੀ ਦੀ ਲੋੜ ਪੈਂਦੀ ਹੈ, ਔਰ ਆਪਣਾ ਸਿਰ ਕੱਜਣ ਦੇ ਲਈ ਜਿਹੜੀ ਛੱਤ ਹੈ ਉਸ ਦੀ ਲੋੜ ਪੈਂਦੀ ਹੈ। ਇਸੇ ਤਰ੍ਹਾਂ ਸਾਡੇ ਜੀਵਨ ਦੇ ਵਿੱਚ ਗੁਰੂ ਦਾ ਹੋਣਾ ਬਹੁਤ ਲਾਜ਼ਮੀ ਹੈ, ਕਿਉਂਕਿ ਗੁਰੂ ਇੱਕ ਐਸਾ ਮਨੁੱਖ ਹੁੰਦਾ ਹੈ ਜਿਸ ਤੋਂ ਬਿਨਾਂ ਜਿਹੜਾ ਜੀਵਨ ਹੈ ਉਹ ਵਿਅਰਥ ਜਾਂਦਾ ਹੈ। ਤੇ ਜਿਵੇਂ ਵਿਦਵਾਨਾਂ ਨੇ ਇੱਕ ਬਚਨ ਲਿਖੇ ਹਨ ਕਿ ਜਿਹੜਾ ਗੁਰੂ ਹੈ ਇਹ ਸਾਡੇ ਜੀਵਨ ਦੇ ਵਿੱਚ ਕਿੰਨਾ ਕੁ ਯੋਗਦਾਨ ਪਾਉਂਦਾ ਹੈ। ਜਿਵੇਂ ਆਪਾਂ ਇੱਕ ਸੰਸਾਰੀ ਉਦਾਹਰਨ ਦੇਖ ਕੇ ਲੈ ਲਈਏ ਕਿ ਜਿਹੜੀ ਖੇਤੀ ਦਾ ਮਾਲਕ ਨਾ ਹੋਵੇ, ਉਹ ਖੇਤੀ ਚਾਹੇ ਕਿੰਨੀ ਵੀ ਮਹਿੰਗੀ ਹੋਵੇ, ਕਿੰਨੀ ਵੀ ਉਹ ਕੱਦ ਵਾਲੀ ਹੋਵੇ, ਸਮਾਂ ਪਾ ਕੇ ਉਸ ਖੇਤੀ ਦਾ ਨਾਸ਼ ਹੋ ਜਾਂਦਾ ਹੈ। ਉਸੇ ਤਰ੍ਹਾਂ ਜਿਹੜਾ ਜੀਵਨ ਹੈ ਇਹ ਇੱਕ ਖੇਤੀ ਦੇ ਵਰਗਾ ਹੈ।
ਤੇ ਜਿਹੜੇ ਗੁਰੂ ਨੇ ਇਹ ਆਮ ਕਰਕੇ ਦੋ ਪ੍ਰਕਾਰ ਦੇ ਹੁੰਦੇ ਨੇ। ਇੱਕ ਧਾਰਮਿਕ ਗੁਰੂ ਔਰ ਦੂਸਰੇ ਹੁੰਦੇ ਨੇ ਸੰਸਾਰੀ ਗੁਰੂ। ਧਾਰਮਿਕ ਗੁਰੂ ਸਾਡੇ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਹਨ ਤੇ ਸੰਸਾਰੀ ਗੁਰੂ ਵਿਦਵਾਨ ਮਹਾਂਪੁਰਖਾਂ ਨੇ ਕਈ ਪ੍ਰਕਾਰ ਦੇ ਅੱਗੇ ਲਿਖੇ ਹਨ ਕਿ ਸੰਸਾਰੀ ਗੁਰੂ ਸਭ ਤੋਂ ਪਹਿਲਾਂ ਸਾਡੀ ਮਾਂ ਹੁੰਦੀ ਹੈ। ਮਾਂ ਦੇ ਕੋਲੋਂ ਸਾਨੂੰ ਚੱਲਣਾ ਬੋਲਣਾ ਇਸ ਦੀ ਸਿੱਖਿਆ ਮਿਲਦੀ ਹੈ। ਦੂਸਰੇ ਫਿਰ ਜਿਨ੍ਹਾਂ ਅਧਿਆਪਕਾਂ ਦੇ ਪਾਸ ਅਸੀਂ ਬੈਠ ਕਰਕੇ ਸੰਸਾਰੀ ਵਿੱਦਿਆ ਪੜ੍ਹਦੇ ਹਾਂ ਉਹਨਾਂ ਨੂੰ ਵਿੱਦਿਆ ਗੁਰੂ ਆਖਿਆ ਜਾਂਦਾ ਹੈ। ਜਿਵੇਂ ਸਤਿਗੁਰਾਂ ਦੀ ਪਾਵਨ ਪਵਿੱਤਰ ਗੁਰਬਾਣੀ ਦੇ ਅੰਦਰ ਆਪਾਂ ਇਹ ਬਚਨ ਪੜ੍ਹਦੇ ਹਾਂ ਕਿ ਕਾਚੇ ਗੁਰ ਤੇ ਮੁਕਤ ਨਾ ਹੁਆ, ਕਿ ਜਿਸ ਮਨੁੱਖ ਦੇ ਜੀਵਨ ਦੇ ਵਿੱਚ ਕੱਚਾ ਗੁਰੂ ਪ੍ਰਾਪਤ ਹੋਵੇ। ਕੱਚਾ ਗੁਰੂ ਉਹ ਹੁੰਦਾ ਹੈ ਜਿਹੜਾ ਨਾ ਤਾਂ ਆਪ ਤਰਿਆ ਹੋਵੇ ਤੇ ਨਾ ਹੀ ਹੋਰਨਾਂ ਨੂੰ ਤਾਰਨ ਦੀ ਸਮਰੱਥਾ ਰੱਖਦਾ ਹੋਵੇ। ਸੰਪਰਦਾ ਦੇ ਵਿੱਚ ਇੱਕ ਵਿਦਿਆਰਥੀਆਂ ਨੂੰ ਗੱਲ ਪੜ੍ਹਾਈ ਜਾਂਦੀ ਹੈ ਕਿ ਜਦੋਂ ਵੀ ਕਿਸੇ ਨੂੰ ਆਪਣਾ ਗੁਰੂ ਮੰਨਣਾ ਹੋਵੇ ਉਸ ਵਿੱਚ ਦੋ ਚੀਜ਼ਾਂ ਹੋਣੀਆਂ ਬਹੁਤ ਲਾਜ਼ਮੀ ਨੇ। ਉਹ ਕਿਹੜੀਆਂ ਹਨ? ਉਹ ਹਨ ਕਿ ਬ੍ਰਹਮ ਸਰੋਤਰੀ ਔਰ ਬ੍ਰਹਮ ਨਿਸ਼ਠੀ। ਇਹ ਦੋ ਸ਼ਬਦ ਹਨ। ਕਈ ਵਾਰ ਹੁੰਦਾ ਹੈ ਕਿ ਕਈ ਜਿਹੜੇ ਗੁਰੂ ਹਨ ਉਹਨਾਂ ਨੇ ਪਰਮੇਸ਼ਰ ਵਾਹਿਗੁਰੂ ਦੀ ਜਿਹੜੀ ਕਥਾ ਵਾਰਤਾ ਉਹ ਸੁਣੀ ਹੁੰਦੀ ਹੈ। ਉਹ ਜਾਣਦੇ ਨੇ ਕਿ ਬ੍ਰਹਮ ਦੇ ਵਿੱਚ ਇਸ ਪ੍ਰਕਾਰ ਦੇ ਗੁਣ ਹੁੰਦੇ ਨੇ। ਇੱਦਾਂ ਪਰਮੇਸ਼ਰ ਵਾਹਿਗੁਰੂ ਵਿਆਪਕ ਸਵਰੂਪ ਹੈ। ਜਨਮ ਮਰਨ ਦੇ ਜਿਹੜੇ ਬੰਧਨ ਨੇ ਉਹਨਾਂ ਨੂੰ ਕੱਟਣ ਵਾਲਾ ਹੈ। ਜਿਹੜਾ ਸਿਰਫ ਪਰਮੇਸ਼ਰ ਵਾਹਿਗੁਰੂ ਦੀ ਕਥਾ ਜਿਸ ਨੇ ਸ਼ਰਵਣ ਕੀਤੀ ਹੋਵੇ ਉਸ ਨੂੰ ਆਖਿਆ ਜਾਂਦਾ ਹੈ ਬ੍ਰਹਮ ਸਰੋਤਰੀ। ਤੇ ਦੂਸਰੇ ਹੁੰਦੇ ਨੇ ਬ੍ਰਹਮ ਨਿਸ਼ਠੀ ਗੁਰੂ। ਬ੍ਰਹਮ ਨਿਸ਼ਠੀ ਉਹ ਹੁੰਦੇ ਨੇ ਜਿਨ੍ਹਾਂ ਨੂੰ ਪਰਮੇਸ਼ਰ ਵਾਹਿਗੁਰੂ ਦੇ ਉੱਪਰ ਭਰੋਸਾ ਹੋਵੇ ਤੇ ਇੱਕ ਜਿਸ ਦਾ ਆਪਦਾ ਭਰੋਸਾ ਗੁਰੂ ਦੇ ਉੱਪਰ ਪਰਮੇਸ਼ਰ ਦੇ ਉੱਪਰ ਬੱਝਾ ਹੋਵੇ। ਉਹੀ ਗੁਰੂ ਆਪਣੇ ਸਿੱਖਾਂ ਨੂੰ ਆਪਣੇ ਸ਼ਾਗਿਰਦਾਂ ਨੂੰ ਪਰਮੇਸ਼ਰ ਵਾਹਿਗੁਰੂ ਦੇ ਉੱਪਰ ਭਰੋਸਾ ਦਿਵਾ ਸਕਦਾ ਹੈ। ਤੇ ਜਦੋਂ ਸੰਸਾਰ ਦੇ ਵਿੱਚ ਗੁਰੂਆਂ ਦੀ ਪੈਗੰਬਰਾਂ ਦੀ ਗੱਲ ਚੱਲਦੀ ਹੈ ਜਿੱਥੇ ਆਦਿ ਕਾਲ ਤੋਂ ਲੈ ਕਰਕੇ ਬ੍ਰਹਮਾ ਵਰਗੇ, ਸ਼੍ਰੀ ਕ੍ਰਿਸ਼ਨ ਵਰਗੇ, ਸ਼੍ਰੀ ਰਾਮਚੰਦਰ ਜੀ ਵਰਗੇ ਕਿਤਨੇ ਕਿਤਨੇ ਅਵਤਾਰੀ ਮਹਾਂਪੁਰਖ ਸੰਸਾਰ 'ਤੇ ਆਉਂਦੇ ਰਹੇ ਨੇ। ਪਰ ਸਿੱਖ ਧਰਮ ਦੇ ਅੰਦਰ ਇੱਕੋ ਜੋਤ ਜਿਹੜੀ ਦਸਾਂ ਗੁਰਾਂ ਸਾਹਿਬ ਦੇ ਅੰਦਰ ਵਰਤੀ, ਉਹਨਾਂ ਵਿੱਚ ਵੱਖਰਾਪਣਾ ਕੀ ਸੀਗਾ? ਕਿਉਂਕਿ ਜਿੰਨੇ ਵੀ ਅਵਤਾਰ ਔਲੀਏ ਪੈਗੰਬਰ ਮਹਾਂਪੁਰਖ ਆਏ ਨੇ ਉਹਨਾਂ ਨੇ ਇੱਕ ਤਾਂ ਆਪਣੇ ਨਾਲ ਜੋੜਿਆ, ਪਰ ਗੁਰੂ ਸਾਹਿਬਾਨਾਂ ਦੇ ਅੰਦਰ ਇੱਕ ਵਿਲੱਖਣਤਾ ਇਹ ਵੀ ਸੀ ਕਿ ਉਹਨਾਂ ਨੇ ਸਿਰਫ ਪਰਮੇਸ਼ਰ ਵਾਹਿਗੁਰੂ ਦਾ ਜਿਹੜਾ ਨਾਮ ਦ੍ਰਿੜ ਕਰਵਾਇਆ ਤੇ ਸਿੱਧਾ ਪਰਮੇਸ਼ਰ ਵਾਹਿਗੁਰੂ ਦੇ ਨਾਲ ਜੋੜਨਾ ਕੀਤਾ। ਜਿਸ ਪ੍ਰਕਾਰ ਜਦੋਂ ਰਾਜੇ ਮਹਾਰਾਜਿਆਂ ਦਾ ਸਮਾਂ ਹੁੰਦਾ ਸੀ ਉਸ ਵੇਲੇ ਇੱਕ ਖਾਲਸਾਈ ਜ਼ਮੀਨ ਹੁੰਦੀ ਸੀ ਤੇ ਖਾਲਸਾਈ ਜ਼ਮੀਨ ਉਸ ਨੂੰ ਆਖਿਆ ਜਾਂਦਾ ਸੀ ਜਿਹੜੀ ਜ਼ਮੀਨ ਦਾ ਸੰਬੰਧ ਸਿੱਧਾ ਰਾਜੇ ਨਾਲ ਜੁੜਦਾ ਹੋਵੇ। ਉਸ ਉੱਪਰ ਕਿਸੇ ਵੀ ਵਜ਼ੀਰ ਅਹਿਲਕਾਰ ਦਾ ਕੋਈ ਹੱਕ ਨਹੀਂ ਹੁੰਦਾ ਸੀ। ਤੇ ਉਸੇ ਪ੍ਰਕਾਰ ਹੀ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਸਾਨੂੰ ਇੱਕ ਖਾਲਸਾ ਰੂਪ ਬਣਾਇਆ ਹੈ। ਇਹ ਜਿਹੜਾ ਖਾਲਸਾ ਸ਼ਬਦ ਹੈ ਇਹ ਹੈ ਫਾਰਸੀ ਦਾ। ਫਾਰਸੀ ਦੇ ਵਿੱਚ ਇਸ ਨੂੰ ਆਖਿਆ ਜਾਂਦਾ ਹੈ ਖਾਲਕ। ਖਾਲਕ ਦਾ ਅਰਥ ਹੁੰਦਾ ਹੈ ਜਿਹੜਾ ਸਾਫ਼ ਸੁਥਰਾ ਹੋਵੇ, ਜਿਸ ਵਿੱਚ ਕਿਸੇ ਵੀ ਪ੍ਰਕਾਰ ਦਾ ਕੋਈ ਦਾਗ ਕੋਈ ਚਿੰਨ੍ਹ ਨਾ ਹੋਵੇ।
ਤੇ ਸਤਿਗੁਰਾਂ ਦੇ ਪਾਵਨ ਸ੍ਰੀ ਸਰਬਲੋਹ ਗ੍ਰੰਥ ਦੇ ਅੰਦਰ ਪਾਵਨ ਬਚਨ ਆਉਂਦੇ ਹਨ ਕਿ ਖਾਲਸਾ ਮੇਰੋ ਰੂਪ ਹੈ ਖਾਸ, ਕਿ ਇਹ ਜਿਹੜੇ ਮੇਰੇ ਗੁਰਸਿੱਖ ਹਨ ਇਹ ਮੇਰਾ ਖਾਸ ਰੂਪ ਨੇ। ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਜਦੋਂ ਉਹਨਾਂ ਦੇ ਆਪਾਂ ਜੀਵਨ ਵੱਲ ਝਾਤ ਮਾਰ ਕੇ ਵੇਖਦੇ ਹਾਂ ਕਿ ਉਹ ਕੈਸੀ ਕਰਨੀ ਦੇ ਮਾਲਕ ਹੋਏ ਨੇ, ਕਿਉਂਕਿ ਬ੍ਰਹਮ ਸਰੋਤਰੀ ਔਰ ਬ੍ਰਹਮ ਗੁਰੂ ਦੀ ਆਪਾਂ ਗੱਲ ਕੀਤੀ ਹੈ ਤੇ ਆਪਾਂ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਜੀਵਨ ਵਿਚਾਰ ਕੇ ਵੇਖੀਏ ਕਿ ਉਹਨਾਂ ਦਾ ਜੀਵਨ ਹੈ ਕੈਸਾ ਸੀ। ਜਦੋਂ ਆਪ ਜੀ ਦਾ ਜਿਹੜਾ ਅਵਤਾਰ ਤਹੀ ਪ੍ਰਕਾਸ਼ ਹਮਾਰਾ ਭਇਓ, ਪਟਨਾ ਸ਼ਹਿਰ ਵਿਖੇ ਭਵ ਲਿਓ, ਜਦੋਂ ਅਬਚਲ ਨਗਰ ਪਾਵਨ ਪਟਨਾ ਸਾਹਿਬ ਦੀ ਧਰਤੀ ਦੇ ਉੱਪਰ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਅਵਤਾਰ ਹੋਇਆ, ਘਰ ਪਰਿਵਾਰ ਦੇ ਅੰਦਰ ਬਹੁਤ ਖੁਸ਼ੀਆਂ ਵਾਲਾ ਮਾਹੌਲ। ਮਾਤਾ ਗੁਜਰ ਕੌਰ ਜੀ ਔਰ ਮਾਤਾ ਨਾਨਕੀ ਜੀ ਉਹਨਾਂ ਨੇ ਬੜੇ ਬੜੇ ਪਕਵਾਨ, ਬੜੀਆਂ ਜਿਹੜੀਆਂ ਤਰ੍ਹਾਂ ਤਰ੍ਹਾਂ ਦੀਆਂ ਖੁਸ਼ੀਆਂ ਸਨ ਉਹਨਾਂ ਨੂੰ ਮਨਾਇਆ। ਤੇ ਵਿਲੱਖਣਤਾ ਕੈਸੀ ਸੀ ਕਿ ਉਧਰ ਡਸਕੇ ਪਿੰਡ ਦੇ ਵਿੱਚ ਰਹਿਣ ਵਾਲੇ ਜਿਹੜੇ ਪੀਰ ਭੀਖਣ ਸ਼ਾਹ ਜੀ ਸਨ, ਉਹਨਾਂ ਨੂੰ ਪਤਾ ਲੱਗਾ ਕਿ ਕੋਈ ਇਸ ਇਲਾਕੇ ਦੇ ਵਿੱਚ ਅਵਤਾਰੀ ਮਹਾਂਪੁਰਖ ਪੈਦਾ ਹੋਏ ਨੇ। ਉਹਨਾਂ ਨੇ ਸੋਚਿਆ ਕਿ ਚਲੋ ਜਾ ਕੇ ਪਰਖ ਕਰਦੇ ਹਾਂ ਕਿ ਉਹ ਸੱਚਮੁੱਚ ਹੀ ਅਵਤਾਰੀ ਪੁਰਖ ਨੇ ਜਾਂ ਉੱਦਾਂ ਹੀ ਮੈਨੂੰ ਭੁਲੇਖਾ ਪਿਆ ਹੈ। ਤੇ ਜਦੋਂ ਫਕੀਰ ਭੀਖਣ ਸ਼ਾਹ ਜੀ ਆਪਣੇ 2 ਚੇਲਿਆਂ ਦੇ ਨਾਲ ਪਟਨਾ ਸਾਹਿਬ ਵਿਖੇ ਸਤਿਗੁਰਾਂ ਦੇ ਪਾਵਨ ਹਜ਼ੂਰ ਜਾ ਕੇ ਪਹੁੰਚੇ ਤੇ ਉਸ ਵੇਲੇ ਦੂਰੋਂ ਹੀ ਨਮਸਕਾਰ ਕਰਕੇ ਜਿਹੜੀ ਦਰਵਾਜ਼ੇ ਦੀ ਦਹਿਲੀਜ਼ ਸੀ ਉਸ ਉੱਪਰ ਫਕੀਰ ਭੀਖਣ ਸ਼ਾਹ ਜੀ ਬੈਠ ਗਏ ਤੇ ਉਧਰ ਮਾਤਾ ਨਾਨਕੀ ਜੀ, ਮਾਤਾ ਗੁਜਰ ਕੌਰ ਜੀ ਔਰ ਮਾਮਾ ਕਿਰਪਾਲ ਚੰਦ ਇਹਨਾਂ ਨੂੰ ਬਹੁਤ ਵਾਰ ਸੁਨੇਹੇ ਭੇਜੇ ਕਿ ਅਸੀਂ ਸਾਹਿਬਜ਼ਾਦੇ ਦੇ ਦਰਸ਼ਨ ਕਰਨ ਆਏ ਹਾਂ, ਪਰ ਮਾਤਾਵਾਂ ਨੇ ਸੋਚਿਆ ਕਿ ਠੰਡ ਦਾ ਸਮਾਂ ਹੈ ਔਰ ਨਾਲੇ ਪਤਾ ਨਹੀਂ ਇਹ ਫਕੀਰ ਕੌਣ ਹਨ। ਪਰ ਕਈ ਤਰ੍ਹਾਂ ਦੇ ਬਹਾਨੇ ਬਣਾਉਣ ਤੋਂ ਬਾਅਦ ਵੀ ਜਿਹੜੇ ਭੀਖਣ ਸ਼ਾਹ ਜੀ ਸਨ ਉਹਨਾਂ ਦਾ ਪ੍ਰੇਮ ਵੇਖਦਿਆਂ ਹੋਇਆਂ ਆਖਰ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਜਿਨ੍ਹਾਂ ਦਾ ਬਚਪਨ ਦਾ ਨਾਮ ਗੋਬਿੰਦ ਰਾਏ ਸੀਗਾ, ਉਹਨਾਂ ਦੇ ਜਦੋਂ ਦਰਸ਼ਨ ਕੀਤੇ ਤੇ ਨਜ਼ਰੋਂ ਨਿਹਾਲ ਹੋਏ। ਆਖਣ ਲੱਗੇ ਕਿ ਇਹ ਤਾਂ ਕੋਈ ਰੱਬੀ ਰੂਹ ਹੈ ਜਿਸ ਦੇ ਮੁਖੜੇ ਦੇ ਉੱਪਰ ਇਤਨਾ ਪ੍ਰਕਾਸ਼ ਹੈ, ਕਿਉਂਕਿ ਮਨੁੱਖ ਦਾ ਜਿਹੜਾ ਚਮਕਦਾ ਹੋਇਆ ਮੁਖੜਾ ਹੈ ਉਹ ਵੀ ਦੱਸ ਦਿੰਦਾ ਹੈ ਕਿ ਇਹ ਅਸਲ ਦੇ ਵਿੱਚ ਨਾਮ ਬਾਣੀ ਦੇ ਨਾਲ ਜੁੜਿਆ ਹੁੰਦਾ ਹੈ। ਕਿਉਂਕਿ ਜਦੋਂ ਕੋਈ ਪਾਪੀ ਰੂਹ ਨਾਮ ਜਪਦੀ ਹੈ, ਨਾਮ ਜਪਦਿਆਂ ਜਪਦਿਆਂ ਜਿਹੜਾ ਅੰਦਰ ਦਾ ਖੂਨ ਹੈ, ਅੰਦਰ ਦੇ ਜਿੰਨੇ ਵੀ ਹੱਡ ਪੈਰ ਨੇ ਉਹ ਬਦਲ ਜਾਂਦੇ ਨੇ, ਕਿਉਂਕਿ ਕਦੇ ਵੀ ਪਾਪੀ ਰੂਹ ਦੇ ਵਿੱਚ ਨਾਮ ਜਿਹੜਾ ਉਹ ਵਸ ਨਹੀਂ ਸਕਦਾ। ਇਸ ਲਈ ਨਾਮ ਜਪਦਿਆਂ ਜਪਦਿਆਂ ਜਿਹੜਾ ਸਾਡਾ ਖੂਨ ਹੈ ਉਹ ਵੀ ਬਦਲ ਜਾਂਦਾ ਹੈ ਤੇ ਜਿਹੜੀ ਮੁਖੜੇ ਦੀ ਜਿਹੜੀ ਲੋਹ ਹੈ, ਲਾਲੀ ਹੈ, ਉਹ ਵੀ ਚਮਕਦੀ ਹੈ। ਇਸੇ ਪ੍ਰਕਾਰ ਫਕੀਰ ਨੇ ਦੇਖਿਆ ਕਿ ਇਹ ਤਾਂ ਕੋਈ ਰੱਬੀ ਰੂਹ ਹੀ ਜਾਪਦੀ ਹੈ ਤੇ ਸਾਹਮਣੇ 2 ਕੁੱਜੇ ਰੱਖੇ ਤੇ ਮਨ ਦੇ ਵਿੱਚ ਸੋਚਿਆ ਕਿ ਜੇ ਤਾਂ ਇਹ ਹਿੰਦੂਆਂ ਦੇ ਗੁਰੂ ਹੋਣਗੇ ਤੇ ਇੱਕ ਉੱਪਰ ਰੱਖਣਗੇ ਤੇ ਜੇ ਇਹ ਮੁਸਲਮਾਨਾਂ ਦੇ ਗੁਰੂ ਹੋਣਗੇ ਤੇ ਫਿਰ ਦੂਸਰੇ ਕੁੱਜੇ ਦੇ ਉੱਪਰ ਹੱਥ ਰੱਖਣਗੇ। ਤੇ ਕੌਤਕ ਉਸ ਵੇਲੇ ਹੋਇਆ ਜਦੋਂ ਆਪ ਜੀ ਨੇ ਦੋਵੇਂ ਕੁੱਜਿਆਂ ਦੇ ਉੱਪਰ ਹੱਥ ਰੱਖਿਆ। ਕਹਿਣ ਤੋਂ ਮਤਲਬ
ਕੌਤਕ ਦਾ ਇਹ ਭਾਵ ਸੀ ਕਿ ਇਹ ਸਾਂਝੇ ਰਹਿਬਰ ਹਨ। ਇਹ ਨਾ ਹਿੰਦੂਆਂ ਦੇ ਗੁਰੂ ਨੇ, ਨਾ ਇਹ ਮੁਸਲਮਾਨਾਂ ਦੇ ਗੁਰੂ ਨੇ। ਜਿਵੇਂ ਔਰੰਗਜ਼ੇਬ ਇੱਕ ਵਾਰ ਆਖਦਾ ਸੀ ਕਿ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਮਹਾਰਾਜ ਜੀਓ, ਅਸੀਂ ਤੁਹਾਡੇ ਇਸ ਸਿੱਖਾਂ ਨੂੰ ਖਤਮ ਕਰਕੇ ਔਰ ਮੁਸਲਮਾਨਾਂ ਨੂੰ ਵਾਹਿਗੁਰੂ, ਹਿੰਦੂਆਂ ਨੂੰ ਖਤਮ ਕਰਕੇ ਇੱਕੋ ਜਿਹੜਾ ਪੰਥ ਹੈ ਉਹੀ ਇਸ ਸੰਸਾਰ ਦੇ ਵਿੱਚ ਰਹਿਣ ਦੇਣਾ ਹੈ। ਪਰ ਉਸ ਵੇਲੇ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਮਹਾਰਾਜ ਜੀ ਨੇ ਵਚਨ ਕੀਤੇ ਸਨ ਕਿ ਇਹ ਹੁਣ 2 ਤੋਂ 1 ਨਹੀਂ ਹੋਣਾ, 2 ਤੋਂ 3 ਹੋਣਗੇ। ਇਸ ਪ੍ਰਕਾਰ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਬਚਪਨ ਪਟਨਾ ਸਾਹਿਬ ਵਿਖੇ ਸਫਲਾ ਹੁੰਦਾ ਹੈ। ਉਸ ਤੋਂ ਬਾਅਦ ਜਦੋਂ ਅਸੀਂ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਸੰਪੂਰਨ ਜੀਵਨ ਉੱਪਰ ਝਾਤ ਮਾਰ ਕੇ ਵੇਖਦੇ ਹਾਂ ਤੇ ਉਹ ਇੱਕ ਕਵੀ ਵੀ ਬਹੁਤ ਵੱਡੇ ਹਨ। ਕਵੀ ਕਿਤਨੇ ਕੁ ਵੱਡੇ ਨੇ। ਸਭ ਤੋਂ ਪਹਿਲਾਂ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੀਆਂ ਜਿਹੜੀਆਂ ਮੁੱਖ 3 ਲਿਖਤਾਂ ਹਨ, ਇੱਕ ਤਾਂ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਸ੍ਰੀ ਦਮਦਮਾ ਸਾਹਿਬ ਦੀ ਪਾਵਨ ਧਰਤੀ ਦੇ ਉੱਪਰ ਸੁਸ਼ੋਭਿਤ ਹੋ ਕਰਕੇ ਜਦੋਂ ਧੀਰ ਮੱਲੀਆਂ ਨੇ ਜਿਹੜਾ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਦੁਆਰਾ ਉਚਾਰਨ ਕੀਤਾ ਹੋਇਆ ਜਿਹੜਾ ਬੀੜ ਸੀ ਉਸ ਨੂੰ ਨਾਂ ਦਿੱਤਾ ਤੇ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਆਪਣੇ ਕੰਠੋਂ ਬਾਣੀ ਉਚਾਰਨ ਕਰਕੇ ਇਹ ਜੋ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਪਾਵਨ ਸਰੂਪ ਹੈ, ਜਿਸ ਨੂੰ ਆਪਾਂ ਦਮਦਮਾ ਸਾਹਿਬ ਵਾਲੀ ਬੀੜ ਆਖਦੇ ਹਾਂ, ਇਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਭਾਈ ਮਨੀ ਸਿੰਘ ਜੀ ਨੂੰ ਲਿਖਾਰੀ ਲਵਾ ਕਰਕੇ ਔਰ ਬਾਬਾ ਦੀਪ ਸਿੰਘ ਜੀ ਸਹਾਇਕ ਲਿਖਾਰੀ ਸਨ। ਉਸ ਤੋਂ ਬਾਅਦ ਦੂਸਰਾ ਜਿਹੜਾ ਗ੍ਰੰਥ ਹੈ ਜਿਸ ਨੂੰ ਆਪਾਂ ਸਿੱਖ ਪੰਥ ਦੇ ਅੰਦਰ ਸਾਹਿਬ ਸ੍ਰੀ ਦਸਮ ਗੁਰੂ ਗ੍ਰੰਥ ਸਾਹਿਬ ਕਰਕੇ ਆਖਦੇ ਹਾਂ, ਇਸ ਦਸਮ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਅੰਦਰ 2 ਪ੍ਰਕਾਰ ਦੀ ਬਾਣੀ ਅੰਕਿਤ ਹੈ। ਇੱਕ ਤਾਂ ਹੈ ਸਵੈਕ੍ਰਿਤ ਬਾਣੀ ਔਰ ਦੂਸਰੀ ਹੈ ਪਰਮਤ ਬਾਣੀ। ਸਵੈਕ੍ਰਿਤ ਬਾਣੀ ਉਹ ਹੈ ਜਿਹੜੀ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਆਪ ਆਪਣੇ ਅਨੁਭਵ ਦੇ ਨਾਲ, ਆਪ ਪਰਮੇਸ਼ਰ ਵਾਹਿਗੁਰੂ ਦੀ ਆਗਿਆ ਦੇ ਅਨੁਸਾਰ ਔਰ ਜਿਵੇਂ ਜਿਵੇਂ ਗੁਰਸਿੱਖਾਂ ਨੇ ਬੇਨਤੀ ਕੀਤੀ ਉਸ ਪ੍ਰਕਾਰ ਉਚਾਰਨ ਕੀਤੀ। ਜਿਵੇਂ ਆਪਾਂ ਸ੍ਰੀ ਜਾਪ ਸਾਹਿਬ ਦੀ ਬਾਣੀ ਪੜ੍ਹਦੇ ਹਾਂ, ਇਸ ਜਾਪ ਸਾਹਿਬ ਦੀ ਜਿਹੜੀ ਪਾਵਨ ਬਾਣੀ ਹੈ ਇਸ ਨੂੰ ਕਈ ਇਤਿਹਾਸਕਾਰ ਸ੍ਰੀ ਅਨੰਦਪੁਰ ਸਾਹਿਬ ਵਿਖੇ ਉਚਾਰਨ ਹੋਈ ਦੱਸਦੇ ਨੇ ਤੇ ਕਈ ਇਸ ਦਾ ਜਿਹੜਾ ਉਚਾਰਨ ਦਾ ਸਮਾਂ ਹੈ ਔਰ ਸਥਾਨ ਹੈ ਉਸ ਨੂੰ ਪੌਂਟਾ ਸਾਹਿਬ ਵਿਖੇ ਮੰਨਦੇ ਹਨ। ਤੇ ਜਿਹੜੀ ਤਵੈ ਪ੍ਰਸਾਦ ਬਾਣੀ ਹੈ ਇਹ ਵੀ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਸ੍ਰੀ ਅਨੰਦਪੁਰ ਸਾਹਿਬ ਵਿਖੇ ਜਿਹੜੇ ਰਾਜਾ ਰਤਨ ਰਾਏ ਸਨ, ਜਿਹੜੇ ਅਸਾਮ ਦੇ ਰਾਜਾ ਸਨ, ਉਹਨਾਂ ਨੇ ਬੇਨਤੀ ਕੀਤੀ ਕਿ ਸਤਿਗੁਰੂ ਜੀਓ ਮੇਰੇ ਉੱਪਰ ਇੱਕ ਪਰਉਪਕਾਰ ਕਰੋ। ਮੈਨੂੰ ਰਾਜ ਭਾਗ ਦੀ ਵੀ ਪ੍ਰਾਪਤੀ ਹੋ ਚੁੱਕੀ ਹੈ ਪਰ ਮੇਰੇ ਮਨ ਦੇ ਅੰਦਰ ਜਿਹੜੀ ਸ਼ਾਂਤੀ ਹੈ ਉਹ ਨਹੀਂ ਪ੍ਰਾਪਤ ਹੋ ਰਹੀ। ਤਾਂ ਉਸ ਵੇਲੇ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਉਸ ਰਤਨ ਰਾਏ ਰਾਜੇ ਨੂੰ ਪਾਵਨ ਵੈਰਾਗਮਈ ਉਪਦੇਸ਼ ਉਚਾਰਨ ਕਰਕੇ ਇਹ ਜਿਹੜੀ ਤਵੈ ਪ੍ਰਸਾਦ ਦੀ ਬਾਣੀ ਹੈ ਇਸ ਰਾਹੀਂ ਉਪਦੇਸ਼ ਦਿੱਤਾ ਸੀ। ਸੋ ਇਸ ਪ੍ਰਕਾਰ ਇੱਕ ਤਾਂ ਹੈ ਸਵੈਕ੍ਰਿਤ ਬਾਣੀ ਔਰ ਦੂਸਰੀ ਹੈ ਪਰਮਤ, ਜਿਸ ਦੇ ਅੰਦਰ ਰਾਮਾ ਅਵਤਾਰ, ਕ੍ਰਿਸ਼ਨਾ ਅਵਤਾਰ ਆਦਿਕ ਬਾਣੀਆਂ ਆਉਂਦੀਆਂ ਨੇ। ਮਨ ਦੇ ਵਿੱਚ ਕਈ ਵਾਰ ਗੁਰਸਿੱਖਾਂ ਦੇ ਖਿਆਲ ਪੈਦਾ ਹੁੰਦੇ ਨੇ ਕਿ ਸਾਨੂੰ ਹੋਰਨਾਂ ਧਰਮਾਂ ਦੀਆਂ ਜਿਹੜੀਆਂ ਬਾਣੀਆਂ ਨੇ ਉਹ ਕਿਉਂ ਪੜ੍ਹਨ ਲਈ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਆਖਿਆ ਤੇ ਸ੍ਰੀ ਦਸਮ ਗ੍ਰੰਥ ਦੇ ਅੰਦਰ ਇਹ ਬਾਣੀਆਂ ਕਿਉਂ ਲਿਖੀਆਂ ਗਈਆਂ ਨੇ। ਤੇ ਉਸ ਦਾ ਸੰਪਰਦਾਈ ਮਹਾਂਪੁਰਖ ਦੱਸਦੇ ਹਨ
कि एक बार गुरसिखा ने सतगुरां दे पास बेनती की कि सतगुरु जीओ तुसीं खालसा पंथ की साजना कर रहे हो कि तुहाडा ऐसा खालसा है कि जिहड़ा सब तो न्यारा है, किसी दे अधीन हो के नहीं वरतदा। ते ये ना होवे कि आउण वाले समय के अंदर जे किसी ने श्री रामचंद्र जी बारे पढ़ना होवे, जे किसी ने श्री कृष्ण जी बारे पढ़ना होवे ते उन्हां नूं पंडितां दे पास जाना पवे। इसलिए सतगुरां ने जिहड़ी विस्तार दे नाल और जिहड़ी सूक्ष्म जिहड़ी विचार है, डूंगी जिहड़ी विचार है, उसनूं श्री दसम ग्रंथ के अंदर अंकित किया कि मेरे खालसे नूं किसी दे अधीन हो के कोई विद्या ना पढ़नी पवे। ते माफ़ करना, साडे विचों एक ये भी कमी आउंदी जांदी है कि असी गुरु की जिहड़ी बाणी है, पहला तो इसनूं असी एक ये रूप दे दिता है कि बाणी सीखण की लोड़ नहीं, पर दास बेनती करे कि जिहड़ी गुरु की बाणी है इसनूं आपां ब्रह्म विद्या आखदे हां। जिहड़ी कोई आम स्कूल की पढ़ाई है, वो भावें इकोनॉमिक्स होवे, भावें हिस्टरी होवे, चाहे कितना भी महंगे तो महंगा औखे तो औखा जिहड़ा सबजैक्ट होवे, वो हालांकि सानू जोर पाया सानू समझ आ जाता है, पर इसनूं आपां आखदे हाँ ब्रह्म विद्या। ते ब्रह्म विद्या असी आप किवें सीख सकते हैं? इसलिए सानू चाहिदा है कि जिवें इस नगर दे अंदर भी, इस स्थान ते भी और दूसरे वड्डे स्थान ते भी, जिथे ज्ञानी गुरजंट सिंह जी बहुत बच्चियां नूं प्रेम सत्कार दे नाल जिहड़ी संथਿਆ है, विद्या है, वो पढ़ाउंदे हन। ते सानू जरूर चाहिदा है कि जिहड़े कोई पढ़े लिखे गुरसिख हन, वो संथਿਆ दे नाल जरूर जुड़न। सो रहाओ विचार इस तरह साहिब श्री गुरु गोबिंद सिंह महाराज जी ने ये जिहड़ा दूसरा ग्रंथ श्री दसम गुरु ग्रंथ साहिब महाराज जी सानू रच करके दिता, और इस तो बाद एक तीसरा ग्रंथ है जिसका नाम है श्री सर्वलोक ग्रंथ। इस ग्रंथ के अंदर साहिब श्री गुरु गोबिंद सिंह महाराज जी ने परमेश्वर वाहिगुरु की जिहड़ी शक्ति है, एक तो उसका वर्णन किया, और नाल जिहड़ा अवतारां दा जिहड़ा इतिहास है उसनूं रचिया, और तीसरा उस दे अंदर जिहड़ा खालसा पैदा किया उसकी रज रज के महिमा की। ये जिहड़े आपां बचन सुनते हैं आम ही रागी सिंघां दे पासों, ढाडी सिंघां दे पासों कि खालसा मेरो रूप है खास, ये उसे श्री सर्वलोक ग्रंथ दे विचों हन। सो इस प्रकार जदों असी साहिब श्री गुरु गोबिंद सिंह महाराज जी का कवियां दे विच नाम गिणदे हाँ, ते सतगुरां दा जिहड़ा नाम है वो पहले दर्जे विच आउंदा है, क्योंकि किसी एक मनुख नूं एक भाषा सीखण दे लई घट्टो घੱਟ 3-4 साल लग जांदे ने। पर देखो जदों असी श्री जाप साहिब की बाणी पढ़ के वेखदे हाँ, कई सतगुरां ने ऐसे ऐसे छंद लिखे ने जिस विच इक्को छंद के अंदर अरबी, फारसी और संस्कृत इस दे पावन बचन मिलते हैं। जिमें आपां पढ़ते हैं नमस्तं अकाले, जिहड़ा नमस्तंग शब्द है ये है संस्कृत भाषा का, ते अकाले जिहड़ा शब्द है ये है पंजाबी का। इसे प्रकार असी पढ़ते हाँ अजू हैं, अजू जिहड़ा शब्द है ये फारसी भाषा का शब्द है। इसलिए सतगुरां ने रज रज करके जिहड़ी विद्या है कवियां दे विचों अपना महान जिहड़ा स्थान है वो सतगुरां नूं प्राप्त हुंदा है।
ਤੇ ਇੱਕ ਹੋਰ ਵੀ ਸਤਿਗੁਰਾਂ ਦੇ ਵਿੱਚ ਵਿਸ਼ੇਸ਼ ਵਡਿਆਈ ਹੈ ਕਿ ਜਿਹੜਾ ਆਪ ਵਿਦਵਾਨ ਹੋਵੇ ਕਈ ਵਾਰ ਉਹ ਹੋਰਨਾਂ ਨੂੰ ਸਤਿਕਾਰ ਨਹੀਂ ਦਿੰਦਾ, ਪਰ ਸਤਿਗੁਰੂ ਜਿੱਥੇ ਆਪ ਵਿਦਿਆ ਦੇ ਮਾਰਤੰਡ ਸਨ, ਅਨੇਕ ਭਾਸ਼ਾਵਾਂ ਦੇ ਗਿਆਤੇ ਸਨ, ਉੱਥੇ ਹੀ ਆਪ ਜੀ ਦੇ ਹਜ਼ੂਰ ਜਿਹੜੇ 52 ਮੁੱਖ ਕਵੀ ਸਨ, ਉਹ ਆਪ ਜੀ ਦੇ ਹਜ਼ੂਰ ਹਮੇਸ਼ਾ ਰਿਹਾ ਕਰਦੇ ਸਨ। ਕਿਉਂਕਿ ਜਿਹੜੇ ਕਵੀ ਲੋਕ ਸਨ, ਲਿਖਾਰੀ ਲੋਕ ਸਨ, ਉਹ ਮੁਗਲ ਬਾਦਸ਼ਾਹਾਂ ਤੋਂ ਤੰਗ ਆ ਕਰਕੇ, ਕਿਉਂਕਿ ਜਿਹੜੇ ਮੁਗਲ ਬਾਦਸ਼ਾਹ ਸਨ ਉਹ ਧੱਕੇ ਦੇ ਨਾਲ ਕਵੀਆਂ ਦੇ ਕੋਲੋਂ ਆਪਣੀ ਉਪਮਾ ਕਰਵਾਉਂਦੇ ਸਨ, ਤੇ ਜੇ ਕੋਈ ਉਪਮਾ ਨਹੀਂ ਕਰਦਾ ਸੀ ਤੇ ਉਸ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਜਾਂਦਾ ਸੀ। ਪਰ ਸਤਿਗੁਰਾਂ ਨੇ ਉਹਨਾਂ ਕਵੀਆਂ ਨੂੰ ਆਪਣੇ ਪਾਸ ਰੱਖ ਕਰਕੇ ਉਹਨਾਂ ਦੀ ਸਾਂਭ ਸੰਭਾਲ ਕੀਤੀ। ਇਸ ਪ੍ਰਕਾਰ ਸਤਿਗੁਰਾਂ ਦਾ ਜਦੋਂ ਅਸੀਂ ਕਵੀਆਂ ਦੇ ਵਿੱਚੋਂ ਵੇਖਦੇ ਹਾਂ ਤੇ ਸਭ ਤੋਂ ਵੱਡਾ ਸਥਾਨ ਸਤਿਗੁਰਾਂ ਦਾ ਕਵੀਆਂ ਦੇ ਵਿੱਚੋਂ ਹੈ। ਫਿਰ ਆਪਾਂ ਜਦੋਂ ਸਤਿਗੁਰਾਂ ਦਾ ਨਾਮ ਯੋਧਿਆਂ ਦੇ ਵਿੱਚ ਗਿਣਦੇ ਹਾਂ ਤੇ ਅੱਜ ਤੱਕ ਜਿੰਨੇ ਵੀ ਸੰਸਾਰ ਦੇ ਵਿੱਚ ਯੋਧੇ ਸੂਰਬੀਰ ਹੋਏ ਨੇ, ਉਹਨਾਂ ਦੀ ਸੂਰਮਤਾਈ ਦੀ ਕੋਈ ਨਾ ਕੋਈ ਸੀਮਾ ਸੀ। ਜਿਵੇਂ ਇਤਿਹਾਸ ਦੇ ਅੰਦਰ ਪਾਵਨ ਬਚਨ ਆਉਂਦੇ ਹਨ ਕਿ ਇੱਕ ਵਾਰ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਸ੍ਰੀ ਅਨੰਦਪੁਰ ਸਾਹਿਬ ਵਿਖੇ ਵਿਰਾਜਮਾਨ ਸਨ ਤੇ ਮੁਗਲਾਂ ਨੇ ਬਹੁਤ ਘੇਰਾ ਪਾਇਆ। ਸਤਿਗੁਰਾਂ ਨੇ ਵੇਖਿਆ ਕਿ ਇਹ ਜਿਹੜੇ ਮੁਗਲ ਹਨ ਇਹ ਤੇ ਚੜ੍ਹਦੇ ਆ ਰਹੇ ਹਨ। ਸਤਿਗੁਰਾਂ ਨੇ ਐਸਾ ਇੱਕ ਤੀਰ ਛੱਡਿਆ ਜਿਹੜਾ 10,000 ਫੌਜ ਦੇ ਵਿੱਚੋਂ ਨਿਕਲ ਕੇ ਪਾਰ ਹੋ ਗਿਆ। ਤੇ ਭਾਈ ਸੰਤੋਖ ਸਿੰਘ ਜੀ ਨੇ ਉੱਥੇ ਬਚਨ ਲਿਖੇ ਹਨ ਕਿ ਉਹ ਜਿਹੜਾ ਤੀਰ ਇਤਨਾ ਕੁ ਤੇਜ਼ ਸੀ ਕਿ ਤੀਰ ਨੂੰ ਕਿਸੇ ਦਾ ਵੀ ਖੂਨ ਨਹੀਂ ਲੱਗਾ, ਭਾਵ 10,000 ਫੌਜ ਨੂੰ ਮੌਤ ਦੇ ਘਾਟ ਉਤਾਰ ਦਿੱਤਾ। ਪਰ ਤੀਰ ਦੀ ਇੰਨੀ ਗਤੀ ਤੇਜ਼ ਹੋਣ ਕਰਕੇ ਉਸ ਨੂੰ ਖੂਨ ਨਹੀਂ ਲੱਗ ਸਕਿਆ। ਤੇ ਉਧਰ ਆਪਾਂ ਜਦੋਂ ਵੇਖਦੇ ਹਾਂ, ਆਪਾਂ ਮਨ ਦੇ ਅੰਦਰ ਕਈ ਵਾਰ ਵਿਚਾਰ ਆਉਂਦੀ ਹੈ ਕਿ ਜੇ ਇੰਨੇ ਬਲੀ ਸਨ ਤੇ ਫਿਰ ਸਤਿਗੁਰਾਂ ਨੇ ਇੰਨੇ ਜੰਗ ਕਰਨ ਤੋਂ ਬਾਅਦ ਇੰਨਾ ਵਿਨਾਸ਼ ਕਿਉਂ ਹੋਇਆ? ਕਿਉਂਕਿ ਜਿਹੜਾ ਵੱਡੀ ਬਿਰਤੀ ਵਾਲਾ ਮਨੁੱਖ ਹੁੰਦਾ ਹੈ, ਕਿਉਂਕਿ ਜਿੱਥੇ ਆਪ ਪਰਮੇਸ਼ਰ ਵਾਹਿਗੁਰੂ ਦੇ ਅਵਤਾਰ ਹਨ, ਉੱਥੇ ਨਾਲ ਨਾਲ ਹੁਕਮ ਹੈ ਅੰਦਰ ਸਭ ਕੋ, ਇਹਨਾਂ ਬਚਨਾਂ ਨੂੰ ਵੀ ਆਪ ਜੀ ਨੇ ਕਮਾਇਆ ਹੈ। ਸੋ ਇਸ ਪ੍ਰਕਾਰ ਜਦੋਂ ਅਸੀਂ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਜਦੋਂ ਨਾਮ ਯੋਧਿਆਂ ਦੇ ਵਿੱਚੋਂ ਵੇਖਦੇ ਹਾਂ ਤੇ ਸਭ ਤੋਂ ਵੱਡੇ ਯੋਧੇ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਹਨ। ਫਿਰ ਜਦੋਂ ਅਸੀਂ ਦਾਨੀਆਂ ਦੀ ਗੱਲ ਕਰਦੇ ਹਾਂ ਕਿ ਸੰਸਾਰ ਦੇ ਵਿੱਚ ਸਭ ਤੋਂ ਵੱਡਾ ਦਾਨੀ ਕੌਣ ਹੋਇਆ ਹੈ, ਤੇ ਸੰਸਾਰ ਦੇ ਵਿੱਚ ਬੜੇ ਬੜੇ ਦਾਨੀ ਹੋਏ ਨੇ ਜਿਨ੍ਹਾਂ ਨੇ ਆਪਦੀ ਜਾਇਦਾਦ ਲੁਟਾ ਦਿੱਤੀ ਹੋਵੇ। ਕਈਆਂ ਨੇ ਆਪਣੀ ਜਿਹੜੀ ਜ਼ਮੀਨ ਹੈ ਉਸ ਨੂੰ ਦਾਨ ਦੇ ਵਿੱਚ ਦੇ ਦਿੱਤਾ। ਪਰ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਕੈਸੇ ਦਾਨੀ ਹਨ। ਸ੍ਰੀ ਅਨੰਦਪੁਰ ਸਾਹਿਬ ਜਿਹੜੀ ਜ਼ਮੀਨ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਮਹਾਰਾਜ ਜੀ ਨੇ ਮੁੱਲ ਖਰੀਦੀ ਸੀ, ਉਸ ਨੂੰ ਵੀ ਗੁਰਸਿੱਖਾਂ ਦੀ ਬੇਨਤੀ ਕਰਨ ਤੋਂ ਛੱਡ ਦਿੱਤਾ। ਇੱਥੇ ਹੀ ਬਸ ਨਹੀਂ, ਫਿਰ ਆਪਣੇ 4 ਸਾਹਿਬਜ਼ਾਦੇ, ਕਿਉਂਕਿ ਜੇ ਆਪਾਂ ਸਤਿਗੁਰਾਂ ਨੂੰ ਇੱਕ ਪਿਤਾ ਰੂਪ ਦੇ ਵਿੱਚ ਮੰਨਦੇ ਹਾਂ ਤੇ ਹਾਲਾਂਕਿ ਉਹ ਪਰਮੇਸ਼ਰ ਵਾਹਿਗੁਰੂ ਦਾ ਸਰੂਪ ਹਨ, ਪਰ ਉਹਨਾਂ ਦੇ ਜਿਹੜੇ 4 ਸਾਹਿਬਜ਼ਾਦੇ ਨੇ ਉਹਨਾਂ ਦੀ ਪਰਵਾਹ ਨਹੀਂ ਕੀਤੀ, ਉਹਨਾਂ ਨੂੰ ਸਾਡੇ ਤੋਂ ਕੁਰਬਾਨ ਕਰ ਦਿੱਤਾ। ਤੇ ਦਾਸ ਇੱਥੇ ਇੱਕ ਇਹ ਵੀ ਬੇਨਤੀ ਕਰੇਗਾ ਕਿ ਜਿਵੇਂ ਪਿਛਲੇ ਦਿਨੀ ਸਾਹਿਬਜ਼ਾਦਿਆਂ ਦੇ ਜੋ ਪਾਵਨ ਸ਼ਹੀਦੀ ਦਿਹਾੜੇ ਸਨ, ਉਹਨਾਂ ਨੂੰ ਗੁਰਸਿੱਖਾਂ ਨੇ ਥਾਂ ਪਰ ਥਾਂ ਮਨਾਇਆ ਹੈ, ਪਰ ਉਹਨਾਂ ਵਿੱਚੋਂ ਜਿੱਥੇ ਅਸੀਂ ਪਾਵਨ ਇਤਿਹਾਸ ਸੁਣਿਆ ਹੈ
ਉੱਥੇ ਨਾਲ ਸਾਨੂੰ ਇੱਕ ਚੀਜ਼ ਦੇ ਉੱਪਰ ਗੌਰ ਕਰਨੀ ਬਹੁਤ ਲਾਜ਼ਮੀ ਹੈ। ਉਹ ਕਿਹੜੀ ਹੈ? ਉਹ ਹੈ ਸਾਹਿਬਜ਼ਾਦਿਆਂ ਦੇ ਜਿਹੜੇ ਰੱਖੇ ਹੋਏ ਨਾਮ। ਕਿਉਂਕਿ ਗੁਰਸਿੱਖਾਂ ਦੇ ਜਿਹੜੇ ਨਾਮ ਨੇ ਉਹ ਵੀ ਬੜੇ ਇੱਕ ਪ੍ਰਭਾਵਸ਼ਾਲੀ ਔਰ ਉਹਨਾਂ ਦੇ ਵਿੱਚ ਵੀ ਬੜੀ ਵਡਿਆਈ ਹੈ। ਜਿਵੇਂ ਆਪਾਂ ਸਾਹਿਬਜ਼ਾਦਿਆਂ ਦੇ ਜਦੋਂ ਨਾਮ ਗਿਣਦੇ ਹਾਂ, ਲੈਂਦੇ ਹਾਂ, ਤੇ ਸਭ ਤੋਂ ਵੱਡੇ ਸਾਹਿਬਜ਼ਾਦੇ ਦਾ ਨਾਮ ਹੈ ਬਾਬਾ ਅਜੀਤ ਸਿੰਘ ਜੀ। ਸਤਿਗੁਰਾਂ ਨੇ ਜਦੋਂ ਬਾਬਾ ਅਜੀਤ ਸਿੰਘ ਜੀ ਦਾ ਜਨਮ ਹੋਇਆ ਤੇ ਉਧਰ ਨਦੌਣ ਦਾ ਜਿਹੜਾ ਜੰਗ ਸੀ ਉਸ ਨੂੰ ਜਿੱਤ ਕਰਕੇ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਆਏ ਸਨ। ਤੇ ਜਦੋਂ ਸਾਹਿਬਜ਼ਾਦੇ ਦਾ ਨਾਮ ਰੱਖਿਆ ਤੇ ਸਤਿਗੁਰਾਂ ਨੇ ਆਖਿਆ ਕਿ ਇਹ ਅਜੀਤ ਸਿੰਘ ਹੈ, ਭਾਵ ਇਸ ਨੂੰ ਕੋਈ ਜਿੱਤ ਨਹੀਂ ਸਕਦਾ। ਇਸ ਪ੍ਰਕਾਰ ਸਤਿਗੁਰਾਂ ਨੇ ਨਾਮ ਦੇ ਵਿੱਚ ਬੜੀ ਵਿਲੱਖਣਤਾ ਰੱਖੀ ਹੈ। ਕਿਉਂਕਿ ਗੁਰਸਿੱਖਾਂ ਦੇ ਜਿਹੜੇ ਨਾਮ ਨੇ, ਨਾਮ ਤੋਂ ਮਨੁੱਖ ਦੀ ਜਿਹੜੀ ਸ਼ਖਸੀਅਤ ਹੈ ਉਸ ਦਾ ਪਤਾ ਲੱਗਦਾ ਹੈ। ਆਮ ਕਰਕੇ ਆਪਾਂ ਹੁਣ ਜਦੋਂ ਆਪਣੇ ਬੱਚੇ ਬੱਚੀਆਂ ਦੇ ਨਾਮ ਰੱਖਦੇ ਨੇ, ਉਹਨਾਂ ਵਿੱਚ ਅਸੀਂ ਬਹੁਤ ਛੋਟੇ ਔਰ ਜਿਨ੍ਹਾਂ ਦਾ ਕੋਈ ਵੀ ਮਤਲਬ ਨਹੀਂ ਨਿਕਲਦਾ ਐਸੇ ਅਸੀਂ ਨਾਮ ਰੱਖਦੇ ਹਾਂ। ਪੁਰਾਣੇ ਸਮੇਂ ਦੇ ਅੰਦਰ ਜਿਹੜੇ ਨਾਮ ਹਨ ਉਹ ਇਸ ਪ੍ਰਕਾਰ ਦੇ ਹੋਇਆ ਕਰਦੇ ਸਨ ਕਿ ਜਿਵੇਂ ਭਾਈ ਚੜ੍ਹਤ ਸਿੰਘ, ਭਾਈ ਗਰਜਾ ਸਿੰਘ, ਭਾਈ ਬੋਤਾ ਸਿੰਘ, ਉਹਨਾਂ ਦੇ ਨਾਮ ਤੋਂ ਪਤਾ ਲੱਗਦਾ ਸੀ ਕਿ ਇਹ ਗੁਰਸਿੱਖਾਂ ਵਾਲੇ ਨਾਮ ਹਨ। ਇਸ ਲਈ ਸਾਨੂੰ ਇਸ ਗੱਲ 'ਤੇ ਵੀ ਬਹੁਤ ਗੌਰ ਦੇਣ ਦੀ ਲੋੜ ਹੈ ਕਿ ਸਾਡੇ ਜਿਹੜੇ ਨਾਮ ਹਨ ਉਹ ਵੀ ਬੜੇ ਗੁਣਕਾਰੀ ਹੋਣੇ ਚਾਹੀਦੇ ਨੇ। ਸੋ ਇਸ ਪ੍ਰਕਾਰ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਆਪਣੇ ਜਿਹੜੇ 4 ਸਾਹਿਬਜ਼ਾਦੇ ਨੇ ਉਹਨਾਂ ਨੂੰ ਸਾਡੇ ਤੋਂ ਕੁਰਬਾਨ ਕੀਤਾ। ਮਾਤਾ ਗੁਜਰ ਕੌਰ ਜੀ ਸ਼ਹੀਦ ਹੋਏ, ਬੇਅੰਤ ਗੁਰਸਿੱਖ ਸਾਡੇ ਉੱਪਰੋਂ ਵਾਰ ਦਿੱਤੇ। ਇਸ ਲਈ ਜਦੋਂ ਅਸੀਂ ਸੰਸਾਰ ਦੇ ਵਿੱਚੋਂ ਦਾਨੀਆਂ ਦਾ ਨਾਮ ਗਿਣਦੇ ਹਾਂ ਤੇ ਸਭ ਤੋਂ ਵੱਡੇ ਦਾਨੀ ਹਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ। ਉਸ ਤੋਂ ਬਾਅਦ ਜਦੋਂ ਅਸੀਂ ਤਿਆਗ ਦੇ ਵਿੱਚ ਵੇਖਦੇ ਹਾਂ ਕਿ ਸਭ ਤੋਂ ਵੱਡਾ ਤਿਆਗ ਕਿਸ ਮਨੁੱਖ ਦੇ ਵਿੱਚ ਹੋਇਆ ਹੈ, ਸਭ ਤੋਂ ਵੱਡਾ ਤਿਆਗੀ ਵੈਰਾਗੀ ਕੌਣ ਹੋਇਆ ਹੈ, ਤੇ ਉਦੋਂ ਵੀ ਦੇਖੋ ਸਤਿਗੁਰਾਂ ਨੇ ਬਚਪਨ ਦੇ ਵਿੱਚ ਜਿਹੜੇ ਸੋਨੇ ਦੇ ਕੰਗਣ ਸਨ ਉਹਨਾਂ ਨੂੰ ਵੀ ਨਦੀ ਦੇ ਵਿੱਚ ਰੋੜ ਦਿੱਤਾ। ਬੜੇ ਐਸੇ ਗ੍ਰੰਥ ਸਨ ਜਿਨ੍ਹਾਂ ਨੂੰ ਸਰਸਾ ਨਦੀ ਦੇ ਵਿੱਚ ਜਲ ਪ੍ਰਵਾਹ ਕਰ ਦਿੱਤਾ। ਕਦੇ ਵੀ ਕਿਸੇ ਵੀ ਚੀਜ਼ ਦਾ ਜਿਹੜਾ ਲੋਭ ਲਾਲਚ ਉਸ ਨੂੰ ਮਨ ਦੇ ਵਿੱਚ ਆਉਣ ਨਹੀਂ ਦਿੱਤਾ। ਇਸ ਲਈ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੁਨੀਆ ਦੇ ਵਿੱਚ ਸਭ ਤੋਂ ਵੈਰਾਗੀ ਤਿਆਗੀ ਮਹਾਂਪੁਰਖ ਹਨ। ਪਰ ਉੱਥੇ ਸਾਨੂੰ ਵੀ ਇੱਕ ਚੀਜ਼ ਦੀ ਜਿਹੜੀ ਸਿੱਖਿਆ ਲੈਣ ਦੀ ਲੋੜ ਹੈ ਕਿ ਅਸੀਂ ਇੱਕ ਐਸੇ ਗੁਰੂ ਦੇ ਸਿੱਖ ਹਾਂ ਜਿਸ ਗੁਰੂ ਦੇ ਵਰਗਾ ਕੋਈ ਗੁਰੂ ਸੰਸਾਰ ਦੇ ਵਿੱਚ ਹੈ ਹੀ ਨਹੀਂ। ਅਸੀਂ ਆਪਣੇ ਮਨਾਂ ਦੇ ਵਿੱਚ ਝਾਤੀ ਮਾਰ ਕੇ ਵੇਖਣੀ ਹੈ ਕਿ ਐਸਾ ਜਿਹੜਾ ਗੁਰੂ ਹੈ ਉਸ ਦੇ ਉਪਦੇਸ਼ ਸਾਨੂੰ ਕਮਾਉਣੇ ਚਾਹੀਦੇ ਹਨ ਜਾਂ ਅਸੀਂ ਕਿੰਨਾ ਕੁ ਉਪਦੇਸ਼ਾਂ ਨੂੰ ਕਮਾ ਰਹੇ ਹਨ। ਅਸੀਂ ਮਨ ਦੇ ਵਿੱਚ ਝਾਤ ਮਾਰੀਏ ਕਿ ਅਸੀਂ ਆਪ ਕੇਸਾਧਾਰੀ ਹੋ ਚੁੱਕੇ ਹਾਂ। ਸਭ ਤੋਂ ਪਹਿਲਾਂ ਸਾਨੂੰ ਚਾਹੀਦਾ ਹੈ ਕਿ ਜਿਹੜੇ ਘਰ ਦੇ ਵਿੱਚ ਵੱਡੇ ਮਾਤਾਵਾਂ ਹਨ, ਬਜ਼ੁਰਗ ਹਨ, ਉਹ ਸਭ ਤੋਂ ਪਹਿਲਾਂ ਸੰਪੂਰਨ ਕੇਸਾਧਾਰੀ ਹੋਣ। ਉਸ ਤੋਂ ਬਾਅਦ ਜਿਹੜੇ ਬੱਚੇ ਹਨ, ਕਿਉਂਕਿ ਮਾਂ ਦੇ ਵੱਲ ਪਿਓ ਦੇ ਵੱਲ ਵੇਖ ਕੇ ਬੱਚੇ ਨੇ ਸਿੱਖਣਾ ਹੁੰਦਾ ਹੈ। ਜੇਕਰ ਸ਼ਾਮ ਹੁੰਦਿਆਂ ਪਿਓ ਦਾਰੂ ਦੀ ਬੋਤਲ ਖੋਲ੍ਹ ਕੇ ਬੈਠਦਾ ਹੈ ਤੇ ਉਹ ਬੱਚੇ ਨੂੰ ਸਿੱਖਿਆ ਨਹੀਂ ਦੇ ਸਕਦਾ। ਇਸ ਲਈ ਪਹਿਲਾਂ ਅਸੀਂ ਆਪ ਗੁਰੂ ਕੇ ਸਿੱਖ ਬਣ ਕਰਕੇ
ਆਪ ਕੇਸਾ ਧਾਰੀ ਹੋਈਏ, ਕਿਉਂਕਿ ਆਪਾਂ ਕੇਸਾਂ ਨੂੰ ਗੁਰੂ ਕੀ ਮੋਹਰ ਆਖਦੇ ਹਾਂ। ਅਤੇ ਜਿਸ ਨੋਟ ਦੇ ਉੱਪਰ ਕਿਸੇ ਦੇਸ਼ ਦੀ ਮੋਹਰ ਨਾ ਲੱਗੀ ਹੋਵੇ ਉਸ ਦੀ ਕੋਈ ਕੀਮਤ ਨਹੀਂ ਪੈਂਦੀ। ਅਤੇ ਉਸ ਤੋਂ ਬਾਅਦ ਘੱਟੋ ਘੱਟ ਸਾਨੂੰ ਜਿਹੜਾ ਜਪਜੀ ਸਾਹਿਬ ਜੀ ਦਾ ਪਾਠ ਹੈ, ਪੁਰਾਣੇ ਸਮੇਂ ਦੇ ਵਿੱਚ ਆਪ ਸਾਰੇ ਗੁਰਸਿੱਖਾਂ ਨੇ ਵੇਖਿਆ ਹੋਵੇਗਾ ਕਿ ਜਿੰਨੇ ਵੀ ਕੋਈ ਬਜ਼ੁਰਗ ਮਾਤਾਵਾਂ ਹੁੰਦੇ ਸਨ, ਭਾਵੇਂ ਉਹ ਕਦੇ ਵੀ ਸਕੂਲ ਦੇ ਵਿੱਚ ਨਹੀਂ ਗਏ, ਪਰ ਉਹਨਾਂ ਨੂੰ ਘੱਟੋ ਘੱਟ ਜਪਜੀ ਸਾਹਿਬ ਦਾ ਪਾਠ ਜ਼ਰੂਰ ਯਾਦ ਹੁੰਦਾ ਸੀ। ਕਿਉਂਕਿ ਜਦੋਂ ਮਨ ਦੇ ਵਿੱਚ ਪ੍ਰੇਮ ਹੋਵੇ ਉਦੋਂ ਸਭ ਕੁਝ ਯਾਦ ਹੋ ਜਾਂਦਾ ਹੈ। ਉਹ ਕਿਵੇਂ ਹੋ ਜਾਂਦਾ ਹੈ? ਜਿਵੇਂ ਆਪਾਂ ਮਾਤਾਵਾਂ ਜਦੋਂ ਵਿਆਹਾਂ ਦੇ ਗੀਤ ਪੜ੍ਹਦੀਆਂ ਨੇ, ਉਹ ਮਨ ਦੇ ਅੰਦਰ ਚਾਅ ਹੁੰਦਾ ਹੈ ਅਤੇ ਬੜੇ ਬੜੇ ਗੀਤ ਮਾਤਾਵਾਂ ਨੂੰ ਉੱਦਾਂ ਹੀ ਯਾਦ ਹੁੰਦੇ ਨੇ। ਉਸੇ ਪ੍ਰਕਾਰ ਜਿਹੜੀ ਗੁਰੂ ਕੀ ਬਾਣੀ ਹੈ, ਜਦੋਂ ਸਾਡਾ ਇਸ ਦੇ ਨਾਲ ਪ੍ਰੇਮ ਪਵੇਗਾ, ਫਿਰ ਚਾਹੇ ਅਸੀਂ ਪੜ੍ਹੇ ਲਿਖੇ ਹਾਂ, ਚਾਹੇ ਅਸੀਂ ਅਨਪੜ੍ਹ ਹਾਂ, ਅਸੀਂ ਗੁਰੂ ਕੀ ਬਾਣੀ ਸਿੱਖਣ ਦੀ ਚਾਹਨਾ ਰੱਖਾਂਗੇ। ਬਸ ਬਸ਼ਰਤੇ ਇਹ ਹੈ ਕਿ ਸਾਡੇ ਮਨ ਦੇ ਵਿੱਚ ਲਗਨ ਹੋਵੇ। ਸਤਿਗੁਰਾਂ ਨੇ ਸਾਨੂੰ ਇੰਨੇ ਕੁ ਅਮੀਰ ਕੀਤਾ ਹੈ ਕਿ ਜੇ ਅਸੀਂ ਵਿੱਦਿਆ ਪੜ੍ਹਨੀ ਸ਼ੁਰੂ ਕਰ ਦਈਏ ਅਤੇ ਸਾਰੀ ਉਮਰ ਅਸੀਂ ਜਿਹੜੇ ਵਿੱਦਿਆ ਪੜ੍ਹਦੇ ਪੜ੍ਹਦੇ ਬੁੱਢੇ ਹੋ ਸਕਦੇ ਹਾਂ, ਪਰ ਵਿੱਦਿਆ ਨਹੀਂ ਮੁੱਕ ਸਕਦੀ। ਦੇਖੋ ਕਿਤਨੇ ਗ੍ਰੰਥ ਸਤਿਗੁਰਾਂ ਨੇ ਸਾਨੂੰ, ਗੁਰਸਿੱਖਾਂ ਨੇ ਸਾਨੂੰ ਲਿਖ ਕਰਕੇ ਦਿੱਤੇ ਨੇ। ਪਹਿਲਾਂ ਤਾਂ ਸਭ ਤੋਂ 3 ਗ੍ਰੰਥ ਇਹੀ ਹਨ ਕਿ ਆਦਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ, ਦੂਸਰਾ ਗ੍ਰੰਥ ਸ਼੍ਰੀ ਦਸਮ ਗੁਰੂ ਗ੍ਰੰਥ ਸਾਹਿਬ ਜੀ, ਤੀਸਰਾ ਸ਼੍ਰੀ ਸਰਬ ਲੋਹ ਗ੍ਰੰਥ ਸਾਹਿਬ ਜੀ। ਉਸ ਤੋਂ ਬਾਅਦ ਦੇਖੋ ਭਾਈ ਗੁਰਦਾਸ ਜੀ ਦੇ 12 ਕਬਿੱਤ, ਉਸ ਤੋਂ ਬਾਅਦ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਜਿਹੜੇ ਹਜ਼ੂਰ 52 ਕਵੀ ਸਨ, ਉਹਨਾਂ ਦੇ ਵਿੱਚੋਂ ਇੱਕ ਮਹਾਨ ਵਿਦਵਾਨ ਆਲਮ ਫਾਜ਼ਲ ਭਾਈ ਸਾਹਿਬ ਭਾਈ ਨੰਦ ਲਾਲ ਜੀ ਹੋਏ ਨੇ, ਜਿਨ੍ਹਾਂ ਨੇ ਤਕਰੀਬਨ ਗੁਰਸਿੱਖਾਂ ਦੀ ਝੋਲੀ, ਖਾਲਸੇ ਪੰਥ ਦੀ ਝੋਲੀ ਵਿੱਚ 7-8 ਗ੍ਰੰਥ ਲਿਖ ਕੇ, ਜੋ ਅਰਬੀ ਔਰ ਫਾਰਸੀ ਭਾਸ਼ਾ ਦੇ ਵਿੱਚ ਹਨ, ਉਹ ਸਾਨੂੰ ਗੁਰਸਿੱਖਾਂ ਨੂੰ ਲਿਖ ਕਰਕੇ ਦਿੱਤੇ ਹਨ। ਪਰ ਸਾਡੇ ਮਨਾਂ ਦੇ ਅੰਦਰ ਕੁਝ ਇਸ ਪ੍ਰਕਾਰ ਦਾ ਹੈ ਕਿ ਅਸੀਂ ਬ੍ਰਹਮ ਵਿੱਦਿਆ ਪੜ੍ਹਨ ਦੇ ਲਈ ਤਿਆਰ ਨਹੀਂ। ਅਸੀਂ ਆਪਣੇ ਬੱਚਿਆਂ ਨੂੰ ਵਿੱਦਿਆ ਪੜ੍ਹਨ ਦੇ ਲਈ ਪ੍ਰੇਰਿਤ ਕਰੀਏ। ਇਸ ਲਈ ਸਾਨੂੰ ਵਿੱਦਿਆ ਦੇ ਪੱਖੋਂ ਵੀ ਸਤਿਗੁਰਾਂ ਨੇ ਮਹਾਨ ਤੋਂ ਮਹਾਨ ਖਜ਼ਾਨੇ ਬਖਸ਼ੇ ਹਨ। ਉਸ ਤੋਂ ਬਾਅਦ ਜੇ ਅਸੀਂ ਅਮੀਰੀ ਵੱਲ ਵੇਖ ਲਈਏ ਤੇ ਸਤਿਗੁਰਾਂ ਨੇ ਸਾਨੂੰ ਅਮੀਰੀ ਵੀ ਬਹੁਤ ਬਖਸ਼ੀ ਹੈ। ਸੋ ਇਸ ਪ੍ਰਕਾਰ ਸਤਿਗੁਰਾਂ ਦੀ ਜਿਹੜੀ ਵਡਿਆਈ ਹੈ, ਇਹ ਇੱਕ ਜਨਮ ਦੇ ਵਿੱਚ ਕੋਈ ਵੀ ਮਨੁੱਖ ਕਰ ਨਹੀਂ ਸਕਦਾ, ਕਿਉਂਕਿ ਕਿਸੇ ਦੀ ਵਡਿਆਈ ਕਰਨ ਦੇ ਲਈ ਓਡਾ ਹੋਣਾ ਪੈਂਦਾ ਹੈ। ਉਸ ਦੀ ਸੰਪੂਰਨ ਜਿਹੜੀ ਵਡਿਆਈ ਹੈ ਉਹ ਹੋ ਨਹੀਂ ਸਕਦੀ, ਕਿਉਂਕਿ ਗੁਰ ਪਰਮੇਸ਼ਰ ਇੱਕੋ ਜਾਨ, ਗੁਰੂ ਔਰ ਪਰਮੇਸ਼ਰ ਸਿੱਖ ਪੰਥ ਦੇ ਅੰਦਰ ਇੱਕੋ ਕਰਕੇ ਜਾਣੇ ਜਾਂਦੇ ਹਨ। ਸੋ ਇਸ ਪ੍ਰਕਾਰ ਆਪ ਆਪਣੀ ਬੁੱਧ ਹੈ ਜੀਤੀ, ਵਰਨਤ ਭਿੰਨ ਭਿੰਨ ਤੁਹ ਤੇਤੀ। ਸਤਿਗੁਰਾਂ ਨੇ ਜੋ ਪਾਵਨ ਹੁਕਮਨਾਮਾ ਸਾਹਿਬ, ਜੋ ਸ੍ਰੀ ਅਖੰਡ ਪਾਠ ਸਾਹਿਬ ਜੀ ਤੋਂ ਬਾਅਦ ਸਾਡੇ ਗੁਰਸਿੱਖਾਂ ਤਾਈਂ ਬਖਸ਼ਿਸ਼ ਕੀਤਾ ਸੀ, ਉਸ ਦੀ ਜੋ ਪਾਵਨ ਵਿਚਾਰ ਹੈ, ਉਸ ਨੂੰ ਮਨ ਬਿਰਤੀਆਂ ਨੂੰ ਇਕਾਗਰ ਕਰਕੇ ਸ਼ਰਵਣ ਕਰਨਾ ਕਰੀਏ ਜੀ। ਸੋਰਠ ਮਹੱਲਾ ਨਵਾ। ਮਨ ਰੇ ਕੌਣ ਕੁਮਤ ਤੈ ਲੀਨੀ। ਸਾਹਿਬ ਸ਼੍ਰੀ ਗੁਰੂ ਤੇਗ ਬਹਾਦਰ ਮਹਾਰਾਜ ਜੀ ਸੋਰਠ ਰਾਗਣੀ ਦੇ ਅੰਦਰ ਬਚਨ ਉਚਾਰਨ ਕਰਦੇ ਹਨ। ਦਾਸ ਇੱਕ ਇੱਥੇ ਇਹ ਵੀ ਬੇਨਤੀ ਕਰ ਦੇਵੇ ਕਿ ਕਈ ਵਾਰ ਕਈ ਗਿਆਨੀ ਜਾਂ ਇਸੇ ਪ੍ਰਕਾਰ ਕਥਾਵਾਚਕ ਇਹ ਵੀ ਗੱਲ ਆਖਦੇ ਹਨ
कि ਜਿਹੜੀਆਂ ਗੁਰਬਾਣੀ ਦੇ ਅੰਦਰ ਸਿਹਾਰੀਆਂ ਔਂਕੜ ਲੱਗੇ ਨੇ ਉਹਨਾਂ ਦਾ ਕੋਈ ਅਰਥ ਨਹੀਂ ਹੁੰਦਾ। ਪਰ ਜਦੋਂ ਅਸੀਂ ਸੋਰਠ ਮਹੱਲਾ ਨਾਵਾ, ਇੱਥੇ ਸੋਰਠ ਦੇ ਠੱਠੇ ਨੂੰ ਸਿਹਾਰੀ ਲੱਗੀ ਹੋਈ ਹੈ। ਇਸ ਦਾ ਭਾਵ ਇਹ ਹੁੰਦਾ ਕਿ ਇੱਥੇ ਇਸਤਰੀ ਲਿੰਗ ਹੈ, ਭਾਵ ਸੋਰਠੀ। ਸੋਰਠੀ ਇੱਕ ਰਾਗਣੀ ਦਾ ਨਾਮ ਹੈ। ਇਸ ਪ੍ਰਕਾਰ ਸਤਿਗੁਰੂ ਜੀ ਜਿਹੜੀ ਸੋਰਠ ਰਾਗਣੀ ਹੈ ਇਸ ਦੇ ਅੰਦਰ ਬਚਨ ਉਚਾਰਨ ਕਰਦੇ ਹਨ ਕਿ ਮਨ ਰੇ ਕੌਣ ਕੁਮਤ ਤੈ ਲੀਨੀ। ਸਤਿਗੁਰਾਂ ਦੀ ਜਿਹੜੀ ਪਾਵਨ ਗੁਰਬਾਣੀ ਹੈ ਇਸ ਨੇ ਸਿਰਫ ਮਨੁੱਖ ਦੇ ਮਨ ਦੇ ਉੱਪਰ ਅਟੈਕ ਕੀਤਾ ਹੈ, ਭਾਵ ਜਿੰਨਾ ਵੀ ਗੁਰਬਾਣੀ ਦਾ ਉਪਦੇਸ਼ ਹੈ ਇਹ ਮਨ ਨੂੰ ਸਮਝਾਉਣ ਦੇ ਲਈ ਪ੍ਰੇਰਿਤ ਕਰਦਾ ਹੈ। ਤੇ ਸਤਿਗੁਰੂ ਜੀ ਇੱਕ ਉੱਤਮ ਵਕਤੇ ਦੇ ਰੂਪ ਵਿੱਚ ਬਾਣੀ ਉਚਾਰਦੇ ਹਨ ਕਿ ਹੇ ਮਨਾ ਕੌਣ ਕੁਮਤ ਤੈ ਲੀਨੀ। ਇਹ ਕਿਸ ਪ੍ਰਕਾਰ ਦੀ ਜਿਹੜੀ ਖੋਟੀ ਮਤ ਬੁੱਧੀ ਹੈ ਤੂੰ ਧਾਰਨ ਕੀਤੀ ਹੋਈ ਹੈ। ਪਰ ਦਾਰਾ ਨਿੰਦਿਆ ਰਸ ਰਚਿਓ ਰਾਮ ਭਗਤ ਨਹਿ ਕੀਨੀ। ਤੇ ਤੇਰੀ ਜਿਹੜੀ ਬਿਰਤੀ ਹੈ ਉਹ ਕਿਸ ਪ੍ਰਕਾਰ ਦੀ ਬਣੀ ਹੋਈ ਹੈ। ਪਰ ਦਾਰਾ ਜਿਹੜੀ ਪਰ ਇਸਤਰੀ ਗਾਮੀ ਹੋਇਆ ਫਿਰਦਾ ਹੈ। ਪਰ ਨਿੰਦਿਆ ਜਿਹੜੀ ਪਰਾਈ ਦੀ ਨਿੰਦਿਆ ਕਰਨੀ ਹੈ ਉਸ ਵਿੱਚ ਤੇਰਾ ਜੀਵਨ ਲੱਗਾ ਹੋਇਆ ਹੈ। ਪਰ ਰਸ ਰਚਿਓ ਤੇ ਜਿਹੜੇ ਪਰਾਏ ਰਸ ਹਨ ਜਿਨ੍ਹਾਂ ਰਸਾਂ ਨੇ ਨਾ ਇਸ ਲੋਕ ਦੇ ਵਿੱਚ ਕੰਮ ਆਉਣਾ ਹੈ ਤੇ ਨਾ ਹੀ ਪਰਲੋਕ ਦੇ ਵਿੱਚ, ਉਹਨਾਂ ਵਿੱਚ ਤੇਰਾ ਜਿਹੜਾ ਜੀਵਨ ਹੈ ਉਹ ਵਿਅਰਥਾ ਜਾਣ ਦਿਆ ਹੈ।